ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਕੀ ਵਾਰ ਮਹੱਲਾ ਚੌਥਾ। ਮਹੱਲੇ ਚੌਥੇ ਦੀ ਵਾਰ ਹੈ ਗੌੜੀ ਦੀ, ਜਿਸ ਦੀ ਆਪਾਂ ਵਿਚਾਰ ਕਰ ਰਹੇ ਹਾਂ। ਆਪਾਂ ਵਿਚਾਰ ਚੁੱਕੇ ਹਾਂ 29 ਪੌੜੀਆਂ ਤੇ ਸ਼ਲੋਕ। 30ਵੀਂ ਪੌੜੀ ਦਾ ਇੱਕ ਸ਼ਲੋਕ ਆਪਾਂ ਕੱਲ ਵਿਚਾਰਿਆ ਸੀ। ਫਿਰ ਆਪਾਂ ਲੇਟ ਹੋ ਰਹੇ ਸੀ ਕਿਉਂਕਿ ਸ਼ਲੋਕ ਵੱਡਾ ਸੀ, ਇਸ ਕਰਕੇ ਫਿਰ ਆਪਾਂ ਅਭਿਆਸ ਕਰਨਾ ਸੀ, ਉੱਥੇ ਆਪਾਂ ਰੋਕ ਦਿੱਤਾ ਸੀ। ਸੋ ਹੁਣ ਆਪਾਂ ਵਿਚਾਰ ਕਰਦੇ ਹਾਂ ਜੋ 30ਵੀਂ ਪੌੜੀ ਦਾ ਸ਼ਲੋਕ ਹੈ। ਕੱਲ ਆਪਾਂ ਵਿਚਾਰਿਆ ਸੀ ਤਪੇ ਦੇ ਬਾਰੇ ਕਿ ਬਾਹਰੀ ਭੇਖ ਹੁੰਦਾ ਹੈ, ਤਪਾ ਹੈ, ਅੰਦਰ ਉਸ ਦੇ ਲੋਭ ਹੈ, ਲਾਲਚ ਹੈ, ਮਾਇਆ ਵਾਸਤੇ ਫਿਰਦਾ ਹੈ। ਐਸੇ ਜੀਵਾਂ ਨੂੰ ਸਤਿਗੁਰੂ ਸਮਝਾਉਂਦੇ ਨੇ ਕਿ ਇਸ ਨੂੰ ਤਪਾ ਨਾ ਸਮਝਿਓ, ਇਹ ਤਾਂ ਬੰਗਲਾ ਹੈ। ਬੰਗਲੇ ਦਾ ਭੇਖ ਬਾਹਰੋਂ ਚਿੱਟਾ ਹੈ, ਲੇਕਿਨ ਭੋਜਨ ਡੱਡੀ ਮਛਲੀ ਹੈ। ਏਦਾਂ ਹੀ ਇਹ ਬਾਹਰੋਂ ਭੇਖੀ ਨੇ ਤੇ ਅੰਦਰ ਇਹਨਾਂ ਦੇ ਲਾਲਚ ਹੈ, ਲੋਭ ਹੈ। ਤੇ ਐਸੇ ਤਪੇ ਨੂੰ ਫਿਰ ਜਿਹੜੀ ਸਜ਼ਾ ਮਿਲਦੀ ਹੈ, ਜਿਹੜੇ ਲੋਕ ਭੇਖ ਕਰਦੇ ਨੇ ਬਾਹਰੋਂ, ਅੰਦਰੋਂ ਲੋਭੀ ਨੇ, ਤੇ ਫਿਰ ਧਰਮਰਾਜ ਜਮਕੰਕਰਾਂ ਨੂੰ ਆਖਦਾ ਹੈ ਕਿ ਇਹਨਾਂ ਨੂੰ ਉੱਥੇ ਖੜਾ ਪਾਇਓ ਜਿੱਥੇ ਮਹਾ ਹਤਿਆਰਿਆਂ, ਕਿਉਂਕਿ ਮਹਾ ਹਤਿਆਰੇ ਲੋਕ ਨੇ। ਇੱਕ ਹੁੰਦਾ ਸਰੀਰਕ ਹੱਤਿਆ, ਇਹ ਹੈ ਮਾਨਸਿਕ ਹੱਤਿਆ, ਆਤਮਿਕ ਹੱਤਿਆ ਆਪਾਂ ਕਹਿ ਸਕਦੇ ਹਾਂ। ਕਿਉਂਕਿ ਕਿਸੇ ਨੂੰ ਗਲਤ ਗਾਈਡ ਕਰਨਾ, ਕਿਸੇ ਨੂੰ ਆਪਣਾ ਜੀਵਨ ਜੋ ਕਿ ਦੁਰਲੱਭ ਹੈ ਹਰਾ ਦੇਣਾ, ਗਵਾ ਦੇਣਾ ਕਿਸੇ ਦਾ ਜੀਵਨ, ਇਸ ਤੋਂ ਵੱਡੀ ਹੱਤਿਆ ਕੋਈ ਨਹੀਂ ਹੈ। ਇਸ ਕਰਕੇ ਵੱਡੇ ਹਥਿਆਰੇ ਨੇ, ਇਹਨਾਂ ਨੂੰ ਫਿਰ ਸਜ਼ਾ ਵੀ ਜ਼ਿਆਦਾ ਮਿਲਦੀ ਹੈ। ਇਹ ਹਰਿਦਰ ਦੀਆਂ ਬਾਤਾਂ ਨੇ। ਫਿਰ ਇਸ ਤਪੇ ਕੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਫਿਰ ਇਹ ਫਿਟਕਾਰਿਆ ਹੋਇਆ ਹੈ, ਇਸ ਦੇ ਕੋਈ ਮੂੰਹ ਨਹੀਂ ਲੱਗਦਾ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਇਹ ਉਹ ਸੁਣਾਇਆ ਹੈ, ਸਤਿਗੁਰੂ ਸਮਝਾਉਂਦੇ ਅਸੀਂ, ਜਿਹੜਾ ਹਰੀ ਦੇ ਦਰ ਤੇ ਵਰਤਦਾ ਹੈ। ਇਹ ਕੋਈ ਉੱਦਾਂ ਦੀਆਂ ਗੱਲਾਂ ਨਹੀਂ ਹਨ, ਇਹ ਹਰੀ ਦੇ ਦਰ ਦੀਆਂ ਬਾਤਾਂ ਨੇ। ਜੋ ਵਰਤਦਾ ਹੈ ਉਹ ਸੁਣਾਉਂਦੇ ਨੇ। ਸੋ ਬੁੱਝੇ ਜੋ ਦੇ ਸਵਾਰੇ, ਉਹ ਉਹੀ ਬੁੱਝਦਾ ਹੈ ਜਿਸ ਨੂੰ ਆਪ ਪ੍ਰਭੂ ਇਹ ਗਿਆਨ ਕਰਵਾ ਦਿੰਦਾ ਹੈ, ਜਿਸ ਨੂੰ ਇਹ ਸੋਝੀ ਦੇ ਦਿੰਦਾ ਹੈ। ਇਹ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ। ਆਓ ਅਗਲਾ ਚੌਥੇ ਦਾ ਮਹੱਲੇ ਦਾ ਸੀ ਸ਼ਲੋਕ, ਤੇ ਅੱਗੇ ਫਿਰ ਮਹੱਲੇ ਚੌਥੇ ਦਾ ਸ਼ਲੋਕ ਹੈ। ਹਰ ਭਗਤਾਂ ਹਰ ਅਰਾਧਿਆ, ਹਰ ਕੀ ਵਡਿਆਈ। ਜਿਹੜੇ ਹਰੀ ਦੇ ਭਗਤ ਨੇ ਉਹ ਹਰੀ ਨੂੰ ਅਰਾਧਦੇ ਨੇ। ਸਭ ਤੋਂ ਪਹਿਲਾਂ ਅਰਾਧਿਆ ਜਾਂਦਾ ਹੈ, ਉਸ ਦੀ ਭਗਤੀ ਕਰਦੇ ਨੇ, ਪ੍ਰੇਮ ਕਰਦੇ ਨੇ, ਪ੍ਰੇਮ ਕਰਕੇ ਉਸ ਨੂੰ ਪਾਉਂਦੇ ਨੇ, ਸਾਹਮਣੇ ਪ੍ਰਗਟ ਹੁੰਦਾ ਹੈ, ਉਸ ਨੂੰ ਅਰਾਧਦੇ ਨੇ। ਫਿਰ ਹਰੀ ਦੀ ਵਡਿਆਈ ਕਰਦੇ ਨੇ। ਕਿ ਵਡਿਆਈ ਕਦੋਂ? ਜਦੋਂ ਪ੍ਰਭੂ ਆਪ ਆਪਣੀ ਵਡਿਆਈ ਬਖਸ਼ਿਸ਼ ਕਰਦਾ ਹੈ। ਫਿਰ ਹਰੀ ਦੇ ਭਗਤ ਹਰੀ ਦੀ ਵਡਿਆਈ ਕਰਦੇ ਨੇ। ਹਰ ਕੀਰਤਨ ਭਗਤ ਨਿਤ ਗਾਵਦੇ, ਹਰ ਨਾਮ ਸੁਖਦਾਈ। ਹਰੀ ਦੇ ਭਗਤ ਹਰੀ ਦਾ ਕੀਰਤਨ ਗਾਵਦੇ ਨੇ, ਪਰ ਕਿਹੜਾ ਕੀਰਤਨ? ਨਾਮ ਦਾ ਗਿਆਨ ਕਰਵਾਉਂਦੇ ਨੇ, ਜੋ ਸੁਖ ਦੇਣ ਵਾਲਾ ਹੈ। ਦੋ ਤਰ੍ਹਾਂ ਦੇ ਕੀਰਤਨ ਨੇ ਗੁਰਬਾਣੀ 'ਚ ਦੱਸਿਆ ਹੈ। ਇੱਕ ਰਾਗੀ ਨਾਦੀ ਗਾਉਂਦੇ ਨੇ,
ਜਿਨ੍ਹਾਂ ਦੇ ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ। ਇੱਕ ਸਾਧੂ ਗਾਉਂਦੇ ਨੇ ਜਿੱਥੇ ਪ੍ਰਭੂ ਨੂੰ ਪਾਉਂਦਾ ਹੈ, ਜੈ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਾਗੈ। ਇੱਕ ਸਾਧੂ ਜਨ ਗਾਉਂਦੇ ਨੇ। ਸਾਧੂ ਜਨ ਕਿਹੜਾ ਕੀਰਤਨ ਗਾਉਂਦੇ ਨੇ? ਉਹ ਆਪਾਂ ਬਹੁਤ ਵਾਰੀ ਵਿਚਾਰਿਆ ਹੈ ਕਿ ਓੰਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਮਾਇਆ ਦਾ ਤੰਦ ਛੱਡ ਕੇ ਇੱਕ ਹੀ ਓੰਕਾਰ ਧੁਨ ਦਾ ਗਿਆਨ ਦਿੰਦਾ ਹੈ, ਇੱਕ ਦਾ ਗਿਆਨ ਦਿੰਦਾ ਹੈ, ਇੱਕੋ ਸੁਰਤ ਹੈ, ਸਾਰਿਆਂ ਦੀ ਇੱਕੋ ਸੇਵਾ ਹੈ, ਇੱਕ ਦਾ ਗੁਰ ਦਿੰਦਾ ਵੀ ਏਦਾਂ ਆਪਾਂ ਸੇਵਾ ਕਰਨੀ ਹੈ। ਤੇ ਉਸ ਮਹਾਰਾਜ ਸਮਝਾਉਂਦੇ ਨੇ ਜਿਹੜੇ ਹਰੀ ਦੇ ਭਗਤ ਨੇ, ਫਿਰ ਉਹ ਗਾਉਂਦੇ ਨੇ ਨਿਤ ਹਰੀ ਦੇ ਨਾਮ ਦਾ ਗਿਆਨ ਦਿੰਦੇ, ਜਿਹੜਾ ਸੁਖ ਦੇਣ ਵਾਲਾ ਹੈ। ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੀਨ, ਨਿਤ ਚੜ੍ਹੈ ਸਵਾਈ। ਕਿਉਂਕਿ ਆਪ ਪ੍ਰਭੂ ਆਪਣੇ ਭਗਤਾਂ ਨੂੰ ਨਾਮ ਦੀ ਵਡਿਆਈ ਬਖਸ਼ਿਸ਼ ਕਰਦਾ ਹੈ, ਫਿਰ ਉਸ ਦੀ ਵਡਿਆਈ ਹੁੰਦੀ ਹੈ, ਜੋ ਰੋਜ਼ ਸਵਾਈ ਹੁੰਦੀ ਜਾਂਦੀ ਹੈ। ਜਿਵੇਂ ਇੱਕ ਹੈ, ਫਿਰ ਸਵਾ ਹੈ, ਫਿਰ 1.5 ਪੌਣੇ 2 3 ਏਦਾਂ ਵੱਧਦੀ ਜਾਂਦੀ ਹੈ, ਘਟਦੀ ਨਹੀਂ ਹੈ, ਵੱਧਦੀ ਹੈ, ਸਵਾਈ ਹੁੰਦੀ ਜਾਂਦੀ ਹੈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਨ, ਆਪਣੀ ਪੈਜ ਰਖਾਈ। ਹਰੀ ਆਪਣੇ ਭਗਤਾਂ ਨੂੰ ਕਿੱਥੇ ਬਹਾ ਲੈਂਦਾ ਹੈ? ਥਿਰ ਘਰ, ਜਿੱਥੇ ਆਪਣੇ ਭਗਤਾਂ ਦੇ ਕਾਰਜ ਆਪ ਸਵਾਰਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੁਸ਼ਟ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਾ ਬਸ ਕਰ ਦੀਨੇ, ਅੰਮ੍ਰਿਤ ਨਾਮ ਰਹਾ ਮਹਾਰਸ ਪੀਨੈ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਨਾਨਕ ਓਟ ਪਕੜੀ ਪ੍ਰਭੂ ਸੁਆਮੀ, ਤੇ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਨੇ, ਉਸ ਪਰਮੇਸ਼ਰ ਦੇ ਸ਼ਰਨ ਦੇ ਵਿੱਚ। ਸ਼ਰਨ ਪਰੇ ਪ੍ਰਭ ਅੰਤਰਜਾਮੀ, ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਨੇ। ਏਦਾਂ ਫਿਰ ਆਪ ਪ੍ਰਭੂ ਆਪਣੇ ਭਗਤਾਂ ਨੂੰ ਥਿਰ ਕਰ ਬਖਸ਼ਦਾ ਹੈ, ਬਹਾਲ ਦਿੰਦਾ ਹੈ ਕਿ ਇੱਥੇ ਬੈਠ ਕੇ ਵਡਿਆਈ ਕਰੋ। ਕਿਉਂਕਿ ਥਿਰ ਘਰ ਦੇ ਵਿੱਚ, ਸੱਚੇ ਘਰ ਵਿੱਚ ਉਸ ਪ੍ਰਭੂ ਦੀ ਵਡਿਆਈ ਕੀਤੀ ਜਾਂਦੀ, ਉਸ ਦਾ ਸੋਹਲਾ ਗਾਇਆ ਜਾਂਦਾ ਹੈ। ਕਿਹੜਾ ਸੋਹਲਾ? ਜਿਹੜਾ ਸੱਚਾ ਸੋਹਲਾ ਹੈ। ਕੌਣ ਗਾਉਂਦਾ ਹੈ? ਜਿਨ੍ਹਾਂ ਨੂੰ ਆਪ ਬੁਝਾਉਂਦਾ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵੈ, ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੈ। ਇਹ ਸੱਚਾ ਸੋਹਲਾ ਸੱਚੇ ਘਰ ਵਿੱਚ ਬੈਠ ਕੇ ਗਾਇਆ ਜਾਂਦਾ ਹੈ। ਸੱਚੇ ਦੀ ਵਡਿਆਈ ਸੱਚੇ ਘਰ ਵਿੱਚ ਹੁੰਦੀ ਹੈ। ਜੈ ਕਰ ਕੀਰਤਨ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਆਪਣੀ ਪੈਜ ਰਖਾਈ, ਆਪ ਆਪਣੀ ਪੈਜ ਰੱਖਦਾ ਹੈ, ਰਖਾਉਂਦਾ ਹੈ। ਆਪ ਭਗਤਾਂ ਨੂੰ ਆਪਣੇ ਘਰ ਵਿੱਚ ਬਹਾਲਦਾ ਹੈ। ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ, ਬਹੁਦੇ ਸਜਾਈ। ਜਿਹੜੇ ਉਹਦੇ ਭਗਤਾਂ ਦੀ ਨਿੰਦਾ ਕਰਦੇ ਨੇ, ਉਹਨਾਂ ਦੇ ਪਾਸੋਂ ਫਿਰ ਹਰੀ ਲੇਖਾ ਮੰਗਦਾ ਹੈ ਤੇ ਉਹਨਾਂ ਨੂੰ ਸਜ਼ਾ ਦਿੰਦਾ ਹੈ। ਉਹ ਵੀ ਬਹੁਤ ਸਖਤ ਸਜ਼ਾ ਦਿੰਦਾ ਹੈ। ਜਿਹਾ ਨਿੰਦਕ ਆਪਣੇ ਜੀ ਕਮਾਵਦੇ, ਤਿਹੋ ਫਲ ਪਾਈ। ਜਿਹਾ ਜਿਹਾ ਕੋਈ ਨਿੰਦਕ ਆਪਣੇ ਮਨ ਨਾਲ ਕਮਾਉਂਦਾ ਹੈ, ਨਿੰਦਾ ਕਰਦਾ ਹੈ, ਉਹ ਜਿਹਾ ਉਸ ਨੂੰ ਫਲ ਮਿਲਦਾ ਹੈ। ਕਿੰਨੀ ਕੁ ਨਿੰਦਾ ਕਰਦਾ ਹੈ, ਕਿਉਂ ਜੇ ਨਿੰਦਾ ਕਰਦਾ ਹੈ, ਉਹ ਜਿਹਾ ਉਸ ਨੂੰ ਫਲ ਮਿਲਣਾ ਹੈ। ਨਰਕਾਂ ਦੇ ਵਿੱਚ ਜਾਣਾ ਪੈਂਦਾ ਹੈ।
ਅੰਦਰ ਕਮਾਣਾ ਸਰ ਪਰ ਉਗੜਾ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਤੇ ਸਮਝਾਉਂਦੇ ਨੇ ਸਤਿਗੁਰੂ ਜੀ, ਭਾਵੇਂ ਕਈ ਜੀਵ ਬਾਹਰੀ ਦਿਖਾਵਾ ਨਹੀਂ ਕਰਦੇ, ਬਾਹਰੀ ਕਿਸੇ ਨੂੰ ਕਹਿੰਦੇ ਨਹੀਂ, ਅੰਦਰ ਹੀ ਨਿੰਦਾ ਕਰਦੇ ਨੇ, ਆਪਣੇ ਅੰਦਰ ਹੀ ਮਾੜਾ ਸੋਚਦੇ ਨੇ, ਮਾੜਾ ਕਹਿੰਦੇ ਨੇ, ਕਿਸੇ ਕੋਲ ਨਹੀਂ ਕਹਿੰਦੇ। ਉਹ ਵੀ ਹਰੀ ਨੂੰ ਪਤਾ ਚੱਲਦਾ ਹੈ। ਜਿੱਥੇ ਮਰਜੀ ਬੈਠ ਕੇ, ਚਾਹੇ ਧਰਤੀ ਦੇ ਵਿੱਚ ਵੜ ਕੇ, ਜੋ ਅਸੀਂ ਕਮਾਵਾਂਗੇ, ਕਿਉਂਕਿ ਸੰਸਾਰ ਤੋਂ ਲੁਕਿਆ ਜਾ ਸਕਦਾ ਹੈ, ਪਰਮੇਸ਼ਰ ਤੋਂ ਨਹੀਂ। ਇਸ ਕਰਕੇ ਜੋ ਅਸੀਂ ਸੋਚ ਲਿਆ ਉਸ ਦੇ ਕੋਲ ਪਹੁੰਚ ਗਿਆ, ਉਸਨੇ ਸੁਣ ਲਿਆ, ਉਸ ਦਾ ਲੇਖਾ ਹੋ ਗਿਆ। ਚਿਤਰਗੁਪਤ ਨੇ ਉਸ ਦਾ ਲੇਖਾ ਲਿਖ ਦਿੱਤਾ। ਇਸ ਕਰਕੇ ਫਿਰ ਉਸ ਦੀ ਸਜ਼ਾ ਉਸ ਨੂੰ ਮਿਲਦੀ ਹੈ। ਜਨ ਨਾਨਕ ਦੇਖ ਬਿਗਸਿਆ ਹਰ ਕੀ ਵਡਿਆਈ। ਜਿਹੜੇ ਹਰੀ ਦੇ ਜਨ ਨੇ ਉਹ ਹਰੀ ਦੇ ਦਰਸ਼ਨ ਕਰਦੇ ਨੇ, ਬਿਗਸਦੇ ਨੇ ਤੇ ਉਸ ਦੀ ਵਡਿਆਈ ਕਰਦੇ ਨੇ। ਉਹਨਾਂ ਨੂੰ, ਜਿਹੜੇ ਗੁਰਸਿੱਖ ਨੇ, ਉਹਨਾਂ ਨੂੰ ਸਤਿਗੁਰੂ ਦੀ ਵਡਿਆਈ ਪਾਉਂਦੀ ਹੈ, ਉਹਨਾਂ ਨੂੰ ਪ੍ਰਭੂ ਦੀ ਵਡਿਆਈ ਪਾਉਂਦੀ ਹੈ। ਤੇ ਦੂਜੇ ਲੋਕ ਉਹਨਾਂ ਦੀ ਨਿੰਦਾ ਕਰਦੇ ਨੇ, ਜਿਹੜੇ ਬਾਹਰੀ ਭੇਖ ਦੇ ਵਿੱਚ ਤਪੇ ਲੱਗਦੇ ਨੇ, ਲੇਕਿਨ ਅੰਦਰੋਂ ਲੋਭੀ ਨੇ। ਅੱਗੇ ਪੌੜੀ ਇੱਥੇ ਮਹੱਲੇ ਪੰਜਵੇਂ ਦੀ ਹੈ। ਜਿਹੜੇ ਪਹਿਲੇ ਸ਼ਬਦ ਆਏ ਨੇ, ਪਹਿਲਾਂ ਪੌੜੀ ਜਿਹੜੀ ਸੀ ਚੌਥੇ ਪਾਤਸ਼ਾਹ ਦੀ ਸੀ। ਕੁਝ ਸ਼ਬਦਾਂ ਦੇ ਵਿੱਚ ਆਪਾਂ ਪੰਜਵੇਂ ਮਹੱਲੇ ਪੰਜਵੇਂ ਦੀ ਪੌੜੀ ਵਿਚਾਰਦੇ ਹਾਂ। ਉਸਦੇ ਵਿੱਚ ਸ਼ਲੋਕ ਵੀ ਮਹੱਲੇ ਪੰਜਵੇਂ ਦੇ ਸੀ, ਕਿਤੇ ਮਹੱਲੇ ਤੀਜੇ ਦੇ। ਇੱਥੇ ਜਿਹੜੇ ਸ਼ਲੋਕ ਨੇ ਮਹੱਲੇ ਚੌਥੇ ਦੇ ਨੇ ਤੇ ਪੌੜੀ ਮਹੱਲੇ ਪੰਜਵੇਂ ਦੀ ਹੈ। ਭਗਤ ਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਏ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਆਪਣੇ ਭਗਤਾਂ ਦਾ, ਹਰੀ ਆਪਣੇ ਭਗਤਾਂ ਦਾ ਰਾਖਾ ਆਪ ਹੈ। ਕੋਈ ਪਾਪੀ ਜੇ ਉਸ ਦੀ ਨਿੰਦਾ ਕਰਦਾ ਹੈ, ਉਸ ਨਾਲ ਵੈਰ ਕਮਾਉਂਦਾ ਹੈ, ਉਸ ਦਾ ਕੁਛ ਨਹੀਂ ਵਿਗਾੜ ਸਕਦਾ, ਕਿਉਂਕਿ ਜਿਹਦਾ ਰਾਖਾ ਆਪ ਹੋ ਜਾਵੇ ਉੱਥੇ ਝੱਖ ਮਾਰਨਾ ਹੀ ਹੈ। ਕਿਸੇ ਦੀ ਨਿੰਦਾ ਕਰਨਾ ਵੀ ਝੱਖ ਮਾਰਨਾ ਹੈ। ਗੁਮਾਨ ਕਰੇ ਮੂੜ ਗੁਮਾਨੀਆਂ, ਬਿਸ ਖਾਦੀ ਮਰੀਏ। ਹੰਕਾਰ ਕਰਦਾ ਹੈ, ਮੂਰਖ ਹੈ, ਆਪਣੇ ਗਿਆਨ ਦਾ ਹੰਕਾਰ ਕਰਦਾ ਹੈ, ਆਪਣੀ ਧਨ ਦੌਲਤ ਦਾ ਹੰਕਾਰ ਕਰਦਾ ਹੈ। ਕਿਉਂਕਿ ਐਸੇ ਲੋਕਾਂ ਦੇ ਨਾਲ ਬਹੁਤ ਸਾਰੇ ਜੀਵ ਵੀ ਜੁੜ ਜਾਂਦੇ ਨੇ, ਉਸ ਦਾ ਵੀ ਹੰਕਾਰ ਹੋ ਜਾਂਦਾ ਹੈ। ਪਰ ਐਸੇ ਜੀਵ, ਇਹ ਜਿਹੜਾ ਹੰਕਾਰ ਹੈ ਮਾਇਆ ਦਾ, ਸੰਸਾਰ ਦਾ, ਇਹ ਵਿਸ ਹੈ। ਇਸ ਨਾਲ ਮਨ ਦੀ ਮੌਤ ਹੁੰਦੀ, ਆਤਮਿਕ ਮੌਤ ਹੁੰਦੀ ਹੈ। ਮਤਲਬ ਕਹਿੰਦੇ ਵਿਸ ਖਾਣਾ ਹੈ, ਹੰਕਾਰ ਕਰਨਾ। ਜਿਵੇਂ ਆਪਾਂ ਜ਼ਹਿਰ ਖਾ ਲਈਏ, ਕਿਸੇ ਜੀਵ ਨੇ ਹੰਕਾਰ ਜੋ ਕੀਤਾ, ਸਮਝ ਲਓ ਉਸਨੇ ਜ਼ਹਿਰ ਖਾ ਲਈ, ਆਪਣੀ ਮੌਤ ਸਹੇੜੀ ਹੈ। ਇਹ ਹਾਲਤ ਹੈ ਜਿਹੜੇ ਜੀਵ ਹੰਕਾਰ ਕਰਦੇ ਨੇ, ਗੁਮਾਨ ਕਰਦੇ ਨੇ, ਭਗਤਾਂ ਦੇ ਨਾਲ ਨਫ਼ਰਤ ਕਰਦੇ ਨੇ, ਬੈਰ ਵਿਰੋਧ ਕਰਦੇ ਨੇ, ਨਿੰਦਾ ਕਰਦੇ ਨੇ। ਆਏ ਲੱਗੇ ਨਹੀਂ ਦੇ ਥੋੜੇ, ਜਿਉਂ ਪੱਕਾ ਖੇਤ ਲੁਣੀਏ। ਤੇ ਇੰਨੇ ਨੂੰ ਉਹਨਾਂ ਦੇ ਦਿਨ ਵੀ ਥੋੜੇ ਰਹਿੰਦੇ ਨੇ, ਕਿਉਂਕਿ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਦੋਂ ਸਮਾਂ ਆ ਜਾਣਾ ਹੈ। ਫਿਰ ਜਿਹੜੇ ਸੰਤ ਜਨਾਂ ਦੀ, ਸਾਧੂ ਜਨਾਂ ਦੀ ਨਿੰਦਾ ਹੈ, ਇਹਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਹਨਾਂ ਦੀ ਆਰਜਾ ਹੋਰ ਵੀ ਘਟਦੀ ਹੈ। ਸੰਤ ਕੇ ਦੁਖਨ ਆਰਜਾ ਘਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ। ਉਹਨਾਂ ਦੇ ਆਰਜਾ ਵੀ ਘਟਦੀ, ਜਮਾ ਤੋਂ ਨਹੀਂ ਛੁੱਟ ਸਕਦੇ। ਐਸੇ ਜੀਵਾਂ ਨੂੰ ਫਿਰ ਸਮਾਂ ਆ ਜਾਂਦਾ ਹੈ, ਫਿਰ ਜਿਵੇਂ ਪੱਕਾ ਖੇਤ ਜ਼ਿਮੀਂਦਾਰ ਵੱਢਦਾ ਹੈ, ਐਦਾਂ ਉਹਨਾਂ ਨੂੰ ਜਮ ਪਕੜ ਕੇ ਲੈ ਜਾਂਦੇ ਨੇ। ਜਿਹੇ ਕਰਮ ਕਮਾਵਦੇ ਤੇ ਬਿਹੋ ਪਣੀਆਂ। ਜਿਹੋ ਜਿਹਾ ਉਹਨੇ ਇੱਥੇ ਕਰਮ ਕੀਤਾ, ਉਹੋ ਜਿਹਾ ਉਸ ਨੂੰ ਅੱਗੇ ਫਲ ਮਿਲਣਾ ਹੈ, ਸਜ਼ਾ ਮਿਲਣੀ ਹੈ, ਭੋਗਣੀ ਪੈਣੀ ਹੈ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਦਾ ਧਣੀਏ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਜਿਹੜਾ ਸਾਡਾ ਖਸਮ ਹੈ, ਹਰੀ ਦੇ ਜਨ ਦਾ ਜਿਹੜਾ ਖਸਮ ਹੈ, ਉਹ ਕੌਣ ਹੈ?
ਸਭ ਤੋਂ ਵੱਡਾ ਹੈ ਪਰਮੇਸ਼ਰ, ਜੋ ਸਾਰਿਆਂ ਦਾ ਮਾਲਕ ਹੈ, ਸਭ ਤੋਂ ਧਨਵੰਤਾ ਹੈ, ਜਿਸ ਦੇ ਸਾਰੇ ਭਿਖਾਰੀ ਨੇ, ਸਾਰੇ ਜਿਹਦੇ ਹੁਕਮ ਦੇ ਵਿੱਚ ਚੱਲਦੇ ਨੇ, ਜੰਮ ਵੀ ਉਸੇ ਦੇ ਹੁਕਮ ਦੇ ਵਿੱਚ ਚੱਲਦੇ ਨੇ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਅਸੀਂ ਹੁਣ ਉਸ ਪ੍ਰਭੂ ਦੇ ਨਾਲ ਪਿਆਰ ਪਾ ਲਿਆ ਹੈ, ਸਿਮਰਨ ਕਰਦੇ ਹਾਂ ਜਿਹਨੇ ਜਮਾਂ ਨੂੰ ਪੈਦਾ ਕੀਤਾ ਹੈ। ਇਸ ਕਰਕੇ ਹੁਣ ਸਾਡੀ ਬੁੱਧ ਨੂੰ ਤੋਂ ਜੰਮ ਵੀ ਡਰਦੇ ਨੇ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਓ ਪਰਗ ਬਲਕਾਰ। ਜਦੋਂ ਅਸੀਂ ਉਸ ਪ੍ਰਭੂ ਨਾਲ ਜੁੜ ਜਾਂਦੇ ਹਾਂ, ਫਿਰ ਇਹ ਵੀ ਸਾਡੇ ਸਾਰੇ ਸੇਵਾ ਕਰਦੇ ਨੇ, ਕਿ ਅਸੀਂ ਉਸ ਪ੍ਰਭੂ ਦੇ ਹੋ ਜਾਂਦੇ ਹਾਂ ਜਿਹੜਾ ਸਾਰਿਆਂ ਦਾ ਮਾਲਕ ਹੈ। ਅੱਗੇ ਫਿਰ ਸ਼ਬਦ ਹੈ ਸ਼ਲੋਕ ਮਹੱਲਾ ਚੌਥਾ। ਮਹੱਲੇ ਚੌਥੇ ਦਾ ਸ਼ਲੋਕ ਹੈ, ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ। ਮਨਮੁਖ ਨੇ ਆਪਣੇ ਮੂਲ ਨੂੰ ਭੁੱਲੇ ਨੇ। ਇਸ ਕਰਕੇ ਮੂਲ ਨੂੰ ਭੁੱਲਣ ਕਰਕੇ ਹੀ ਕਿੱਥੇ ਫਸ ਜਾਂਦੇ ਨੇ? ਲਾਲਚ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਹੰਕਾਰ ਦੇ ਵਿੱਚ। ਝਗੜਾ ਕਰਦਿਆਂ ਅਣਦਿਨ ਗੁਜ਼ਰੈ, ਸ਼ਬਦ ਨਾ ਕਰੇ ਵਿਚਾਰ। ਕਿਉਂਕਿ ਮੂਲ ਨੂੰ ਭੁੱਲੇ ਨੇ, ਇਹਨਾਂ 'ਚ ਫਸੇ ਨੇ, ਅਣਦਿਨ ਝਗੜੇ ਵਿੱਚ ਪਏ ਰਹਿੰਦੇ ਨੇ, ਅੰਦਰ ਹੀ ਝਗੜਾ ਚੱਲਦਾ ਰਹਿੰਦਾ ਹੈ। ਪਰ ਕਦੇ ਵੀ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦੇ। ਜਿਹੜੇ ਮਨਮੁਖ ਲੋਕ ਨੇ, ਗਿਆਨ ਨਹੀਂ ਲੈਂਦੇ ਕਿ ਅਸੀਂ ਕੌਣ ਹਾਂ, ਅਸੀਂ ਕਿੱਥੋਂ ਵਿਛੜੇ ਹਾਂ, ਕਿਵੇਂ ਆਪਣੇ ਘਰ ਵਿੱਚ ਜਾਣਾ ਹੈ, ਕਿਵੇਂ ਪ੍ਰਭੂ ਦੇ ਚਰਨਾਂ 'ਚ ਜੁੜਨਾ ਹੈ। ਐਸਾ ਉਹ ਵਿਚਾਰ ਹੀ ਨਹੀਂ ਕਰਦੇ। ਸ਼ੁੱਧ ਮਤ ਕਰਤਾ ਸਭ ਹਿਰ ਲਈ, ਬੋਲਣ ਸਭ ਵਿਕਾਰ। ਕਿਉਂਕਿ ਪ੍ਰਭੂ ਨੇ ਐਸੇ ਜੀਵਾਂ ਦੀ ਸ਼ੁੱਧ ਹੁੰਦੀ ਹੈ, ਜਿਹੜੀ ਉਹਨਾਂ ਦੀ ਮਤ ਹੈ, ਉਹਨਾਂ ਦੀ ਸੋਝੀ ਸੀ, ਉਹ ਹਿਰ ਲਈ, ਉਹਨਾਂ ਤੋਂ ਖੋਹ ਲਈ, ਉਹਨਾਂ ਦੀ ਮਤ ਮਾਰ ਦਿੱਤੀ। ਇਸ ਕਰਕੇ ਉਹ ਜੋ ਬੋਲਦੇ ਨੇ ਸਭ ਵਿਕਾਰ ਦੀਆਂ ਗੱਲਾਂ ਕਰਦੇ ਨੇ, ਹੰਕਾਰ ਦੇ ਵਿੱਚ ਨੇ, ਲੋਭ ਦੇ ਵਿੱਚ ਨੇ। ਦਿੱਤੇ ਕਿਤੇ ਨਾ ਸੰਤੋਖੀ ਹੈ, ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਐਸੇ ਜੀਵ ਉਹੀ ਜਿਹੜੇ ਬਾਹਰ ਭੇਖੀ ਨੇ, ਤਪੇ ਲੱਗਦੇ ਨੇ, ਅੰਦਰੋਂ ਲੋਭੀ ਨੇ, ਉਹਨਾਂ ਦੀ ਹੀ ਇਹ ਵਿਚਾਰ ਚੱਲਦੀ ਹੈ। ਉਹ ਕਿਉਂਕਿ ਉਹ ਮਨਮੁਖ ਹੁੰਦੇ ਨੇ। ਤੇ ਜੇ ਉਹਨਾਂ ਨੂੰ ਕੋਈ ਦਿੰਦਾ ਵੀ ਕਦੇ ਸੰਤੋਖ ਨਹੀਂ ਆਉਂਦਾ, ਕਦੇ ਨਹੀਂ ਕਹਿੰਦੇ ਜੀ ਬਸ ਜੀ ਬਹੁਤ ਹੈ। ਕਿਉਂਕਿ ਹੋਰ ਲਾਲਚ ਵੱਧਦਾ ਹੈ। ਮਾਇਆ ਹੈ ਹੀ ਐਸੀ ਕਿ ਨਸ਼ਾ ਹੈ, ਜਿਵੇਂ ਜਿਉਂ ਨਸ਼ਾ ਕਰਦੇ ਜਾਵਾਂਗੇ ਵੱਧਦਾ ਜਾਏਗਾ। ਇਸ ਕਰਕੇ ਉਹ ਕਿਸੇ ਦਿੱਤੇ ਸੰਤੋਖ ਨਹੀਂ ਆਉਂਦਾ, ਉਹਨਾਂ ਨੂੰ ਸਬਰ ਨਹੀਂ ਆਉਂਦਾ। ਕਿਉਂਕਿ ਸਬਰ ਸਾਨੂੰ ਜਦ ਤੱਕ ਸੱਚੇ ਘਰ ਦਾ ਗਿਆਨ ਨਹੀਂ ਹੁੰਦਾ, ਨਾਮ ਦੀ ਸੋਝੀ ਨਹੀਂ ਆਉਂਦੀ, ਜਿੱਥੇ ਵਸਤੂ ਪਈ ਹੈ ਸੰਤੋਖ ਸੱਚ ਮੁਦਾਵਨੀ ਦੇ ਵਿੱਚ, ਜਦ ਤੱਕ ਸਾਡਾ ਉੱਥੇ ਧਿਆਨ ਨਹੀਂ ਜੁੜਦਾ, ਸਾਨੂੰ ਸੰਤੋਖ ਨਹੀਂ ਆਉਂਦਾ। ਬਿਨਾਂ ਸੰਤੋਖ ਭੁੱਖਾ ਨਹੀਂ ਰਾਜਾ। ਸੰਤੋਖ ਕਿੱਥੇ ਰੱਖਿਆ ਪ੍ਰਭੂ ਨੇ? ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो। जे को खावे जे को पूंचे, तिसका होए उधारो। ਇਹ ਵਸਤਾ ਜੀ ਨਾ ਜਾਈ, ਨਿਤ ਨਿਤ ਰੱਖੋ ਰਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸੰਤੋਖ ਪਿਆ ਹੈ ਸਾਡੇ ਘਰ ਦੇ ਵਿੱਚ, ਉੱਥੋਂ ਹੀ ਸਾਨੂੰ ਇਹ ਵਸਤੂ ਪ੍ਰਾਪਤ ਹੋਣੀ ਹੈ। ਫਿਰ ਹੀ ਅਸੀਂ ਸਾਰੇ ਪਾਸੇ ਬ੍ਰਹਮ ਨੂੰ ਦੇਖ ਸਕਦੇ ਹਾਂ। ਪਰ ਇਹਨਾਂ ਦੇ ਕੋਲ, ਮਨਮੁੱਖਾਂ ਦੇ ਕੋਲ ਐਸੀ ਵਸਤੂ ਨਹੀਂ ਹੈ। ਇਹਨਾਂ ਦੇ ਅੰਦਰ ਤ੍ਰਿਸ਼ਨਾ ਹੈ, ਬਹੁਤ ਜ਼ਿਆਦਾ ਅਗਿਆਨਤਾ ਹੈ, ਅੰਧੇਰਾ ਹੈ। ਇਸ ਕਰਕੇ ਹੰਕਾਰ ਕਰਕੇ ਲੋਭ ਦੇ ਵਿੱਚ ਫਸੇ ਨੇ। ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਤੇ ਸਤਿਗੁਰ ਸਮਝਾਉਂਦੇ ਨੇ ਕਿ ਐਸੇ ਮਨਮੁੱਖਾਂ ਦੇ ਨਾਲੋਂ ਤਾਂ ਟੁੱਟੀ ਹੀ ਭਲੀ ਹੈ, ਜਿਨ੍ਹਾਂ ਦਾ ਮੋਹ ਮਾਇਆ ਦੇ ਵਿੱਚ ਫਸੇ ਨੇ, ਜਿਹੜੇ ਨਾਲ ਪਿਆਰ ਮਾਇਆ ਦੇ ਨਾਲ ਹੈ। ਮਾਇਆ ਕਿੱਥੋਂ ਸ਼ੁਰੂ ਹੋ ਜਾਂਦੀ ਹੈ? ਦ੍ਰਿਸ਼ਟਮਾਨ ਸਰੀਰਾਂ ਤੋਂ।
ਜਿਨ੍ਹਾਂ ਦਾ ਪ੍ਰਭੂ ਦੇ ਨਾਲ ਪਿਆਰ ਨਹੀਂ, ਸਿਰਫ ਦ੍ਰਿਸ਼ਟਮਾਨ ਦੇ ਨਾਲ ਹੀ ਪਿਆਰ ਹੈ, ਐਸੇ ਮਨਮੁੱਖਾਂ ਦੇ ਨਾਲੋਂ ਤਾਂ ਟੁੱਟੀ ਭਲੀ ਹੈ, ਕਿਉਂਕਿ ਕਦੇ ਵੀ ਸੰਤੋਖ ਨਹੀਂ ਆਉਂਦਾ। ਅੱਗੇ ਫਿਰ ਮਹੱਲੇ ਚੌਥੇ ਦਾ ਸ਼ਲੋਕ ਹੈ। ਜਿਨ੍ਹਾਂ ਅੰਦਰ ਦੂਜਾ ਭਾਵ ਹੈ, ਤਿਨਾਂ ਗੁਰਮੁਖ ਪ੍ਰੀਤ ਨਾ ਹੋਏ। ਜਿਨ੍ਹਾਂ ਦੇ ਅੰਦਰ ਦੂਜਾ ਭਾਵ ਹੈ, ਦੂਜਾ ਪਿਆਰ ਹੈ ਮਾਇਆ ਦਾ। ਦੂਜੀ ਕੀ ਹੈ? ਮਾਇਆ। ਮਾਇਆ ਦਾ ਪਿਆਰ ਹੈ, ਉਹਨਾਂ ਦੀ ਕਦੇ ਵੀ ਗੁਰਮੁਖਾਂ ਦੇ ਨਾਲ ਪ੍ਰੀਤ ਨਹੀਂ ਪੈਂਦੀ, ਜਾਂ ਗੁਰ ਦੇ ਨਾਲ ਉਹਨਾਂ ਦੀ ਪ੍ਰੀਤ ਨਹੀਂ ਪੈਂਦੀ। ਉਹ ਆਵੈ ਜਾਏ ਭਵਾਈਐ, ਸੁਪਨੇ ਸੁਖ ਨਾ ਕੋਏ। ਉਹ ਆਵਣ ਜਾਵਣ ਦੇ ਵਿੱਚ ਨੇ, ਭਵਾਉਂਦੇ ਰਹਿੰਦੇ ਨੇ, ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ। ਸੰਸਾਰ 'ਚ ਤੱਕ ਹੀ ਮਿਲਣਾ, ਸੁਪਨੇ ਵਿੱਚ ਵੀ ਸੁੱਖ ਨਹੀਂ ਹੈ। ਕੂੜ ਕਮਾਵੈ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ। ਉਹ ਕੂੜ ਹੀ ਕਮਾਉਂਦੇ ਨੇ, ਕੂੜ ਦੀਆਂ ਗੱਲਾਂ ਕਰਦੇ ਨੇ, ਮੁੱਖੋਂ ਕੂੜ ਦੇ ਨਾਲ ਲੱਗੇ ਹੋਏ ਨੇ, ਇਸ ਕਰਕੇ ਕੂੜ ਹੀ ਹੋਣਾ ਹੈ। ਸੱਚ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਕੂੜ ਦੇ ਨਾਲ ਜੁੜੇ ਨੇ, ਮੁੱਖੋਂ ਵੀ ਕੂੜ ਦੀਆਂ ਗੱਲਾਂ ਕਰਦੇ ਨੇ, ਕੂੜ ਦੇ ਨਾਲ ਲੱਗੇ ਨੇ, ਇਸ ਕਰਕੇ ਕੂੜ ਹੀ ਹੋਏਗਾ। ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸੈ ਦੁੱਖ ਰੋਏ। ਤੇ ਸਤਿਗੁਰ ਸਮਝਾਉਂਦੇ ਨੇ ਕਿ ਜਿਹੜਾ ਮਾਇਆ ਦਾ ਮੋਹ ਹੈ, ਇਹ ਬੜਾ ਦੁੱਖ ਹੈ, ਇਸ ਦੇ ਵਿੱਚ ਸੁੱਖ ਹੀ ਕੋਈ ਨਹੀਂ ਹੈ। ਦੁੱਖ ਦੇ ਵਿੱਚ ਹੀ ਜੀਵ ਬਿਨਸ ਜਾਂਦਾ ਹੈ, ਰੋਂਦਾ ਹੈ, ਅੱਗੇ ਜਾ ਕੇ ਪਛਤਾਉਂਦਾ ਹੈ। ਨਾਨਕ ਧਾਤ ਲਿਵੈ ਜੋੜ ਨਾ ਆਵੀ, ਜੇ ਲੋਚੈ ਸਭ ਕੋਏ। ਤੇ ਸਤਿਗੁਰ ਸਮਝਾਉਂਦੇ ਨੇ ਧਾਤ ਤੇ ਲਿਵ ਦੋ ਰਸਤੇ ਨੇ, ਜਿਵੇਂ ਜਮ ਮਾਰਗ ਤੇ ਗੋਬਿੰਦ ਮਾਰਗ, ਲਿਵ ਦਾ ਤੇ ਧਾਤ ਦਾ। ਇਸ ਕਰਕੇ ਦੋਨਾਂ ਦੇ ਵਿੱਚ ਕਦੇ ਜੋੜ ਨਹੀਂ ਹੋ ਸਕਦਾ, ਕਿਉਂਕਿ ਦੋਨੋਂ ਰਸਤੇ ਵੱਖਰੇ ਵੱਖਰੇ ਪਾਸੇ ਜਾਂਦੇ ਨੇ, ਦੋਨਾਂ ਦਾ ਕਦੇ ਜੋੜ ਨਹੀਂ ਹੋ ਸਕਦਾ। ਮਨਮੁਖ ਧਾਤ ਦੇ ਰਸਤੇ ਚੱਲਦੇ ਨੇ, ਗੁਰਮੁਖ ਲਿਵ ਦੇ ਰਸਤੇ ਚੱਲਦੇ ਨੇ। ਜਿਨ ਕੋ ਜੇ ਲੋਚੈ ਸਭ ਕੋਈ, ਜੇ ਲੋਚੇ ਵੀ ਕੋਈ ਵੀ ਦੋਏ ਮਾਰਗਾਂ ਤੇ ਚੱਲਣਾ ਹੈ, ਕਦੇ ਜੋੜ ਨਹੀਂ ਹੁੰਦਾ। ਇਸ ਕਰਕੇ ਜਿਹੜੇ ਲਿਵ ਦੇ ਮਾਰਗ ਤੇ ਚੱਲਦੇ ਨੇ, ਉਹ ਫਿਰ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਸੱਚ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਕੂੜ ਦੀਆਂ ਗੱਲਾਂ ਨਹੀਂ ਪਾਉਂਦੀਆਂ, ਜਿਵੇਂ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ। ਤੇ ਜਿਹੜੇ ਕੂੜ ਦੇ ਨਾਲ ਜੁੜੇ ਨੇ, ਉਹਨਾਂ ਨੂੰ ਸੱਚ ਦੀਆਂ ਗੱਲਾਂ ਨਹੀਂ ਪਾਉਂਦੀਆਂ, ਉਹ ਲਿਵ ਦੇ ਮਾਰਗ ਤੇ ਨਹੀਂ ਚੱਲ ਸਕਦੇ। ਇਹਨਾਂ ਦਾ ਜੇ ਲੋਚਣ ਵੀ ਤਾਂ ਵੀ ਨਹੀਂ ਹੋ ਸਕਦਾ, ਕਿਉਂਕਿ ਦੋਨੋਂ ਵੱਖਰੇ ਵੱਖਰੇ ਮਾਰਗ ਨੇ। ਜਿਨ ਕੋ ਪੋਤੇ ਪੁੰਨ ਪਿਆ, ਤਿਨਾਂ ਗੁਰ ਸ਼ਬਦੀ ਸੁਖ ਹੋਏ। ਜਿਨ੍ਹਾਂ ਦੇ ਖਜ਼ਾਨੇ 'ਚ ਪੁੰਨ ਹੈ, ਮਾਲਕ ਨੇ ਪਾ ਦਿੱਤਾ ਹੈ, ਉਹ ਫਿਰ ਗੁਰ ਦੇ ਸ਼ਬਦ ਨੂੰ ਕਮਾਉਂਦੇ ਨੇ, ਸੁਖ ਪ੍ਰਾਪਤ ਕਰਦੇ ਨੇ। ਜਿਨ੍ਹਾਂ ਨੂੰ ਆਪ ਪ੍ਰਭੂ, ਜਿਹੜੇ ਫਿਰ ਇਹ ਪੁੰਨ ਬੀਜਦੇ ਨੇ, ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੀ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਜਿਨ੍ਹਾਂ ਦੇ ਅੰਦਰ ਪ੍ਰੀਤ ਹੁੰਦੀ ਹੈ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵਾ ਪੂਰਾ ਸਤਿਗੁਰੂ ਭੁਖ ਜਾਏ ਲੈ ਮੇਰੀ। ਗੁਰਸਿੱਖਾਂ ਕੀ ਭੁਖ ਸਭ ਗਈ, ਤਿਨਾਂ ਪਿੱਛੇ ਹੋਰ ਖਾਏ ਕਨੇਰੀ। ਜਿਨ ਨਾਨਕ ਹਰ ਪੁੰਨ ਬੀਜਿਆ, ਫਿਰ ਤੋਟ ਨਾ ਆਵੈ ਹਰ ਪੁੰਨ ਕੇਰੀ। ਫਿਰ ਕਦੇ ਵੀ ਤੋਟ ਨਹੀਂ ਆਉਂਦੀ। ਪੁੰਨ ਕੀ ਹੈ ਕਲਯੁਗ ਦੇ ਵਿੱਚ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਜਿਹੜੇ ਗੋਬਿੰਦ ਦੇ ਗੁਣ ਗਾਉਂਦੇ ਨੇ, ਸਮਝ ਲਓ ਉਹ ਬੀਜ ਦਿੰਦੇ ਨੇ, ਜਿਵੇਂ ਆਪਾਂ ਫਸਲ ਬੀਜਦੇ ਹਾਂ। ਤੇ ਫਸਲ ਇੱਕ ਦਾਣਾ ਬੀਜਦੇ ਹਾਂ, ਕਿੰਨੀਆਂ ਇੱਕ ਦਾਣੇ ਤੋਂ ਕਿੰਨੀਆਂ ਬੱਲੀਆਂ ਬਣ ਜਾਂਦੀਆਂ ਨੇ, ਕਿੰਨੇ ਦਾਣੇ ਬਣ ਜਾਂਦੇ ਨੇ। ਇੱਦਾਂ ਹੀ ਜਦੋਂ ਅਸੀਂ ਇੱਕ ਸਿੱਖ ਨੂੰ ਇੱਕ ਸ਼ਬਦ ਸੁਣਾ ਦਿੰਦੇ ਹਾਂ, ਗਿਆਨ ਦੇ ਦਿੰਦੇ ਹਾਂ, ਇੱਕ ਬੂਟਾ ਉੱਗਦਾ ਹੈ, ਉਸ ਤੋਂ ਅੱਗੇ ਫਿਰ ਹੋਰ ਦਾਣੇ ਪੈਦਾ, ਹੋਰ ਬੂਟੇ ਉੱਗਦੇ ਨੇ। ਤੋਟ ਨਹੀਂ ਆਉਂਦੀ ਕਦੇ ਵੀ। ਇਸ ਕਰਕੇ ਉਹ ਗੁਰੂ ਦੇ ਸ਼ਬਦ ਦੁਆਰਾ ਸੁਖ ਪ੍ਰਾਪਤ ਕਰਦੇ ਨੇ। ਆਓ ਫਿਰ ਪੌੜੀ ਹੈ ਮਹੱਲੇ ਪੰਜਵੇਂ ਦੀ। ਨਾਨਕ ਵਿਚਾਰ ਹੈ ਸੰਤ ਮੁਨ ਜਾਨਾ,
ਨਾਨਕ ਵਿਚਾਰੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ। ਵੇਦ ਜਿਹੜੇ ਨੇ ਕੀ ਨੇ? ਇਹ ਵਿਚਾਰ ਨੇ ਕਿਹਨਾਂ ਦੇ? ਸੰਤਾਂ ਦੇ, ਮੁਨੀਆਂ ਦੇ, ਜਨਾਂ ਦੇ। ਇਹ ਵੇਦ ਨੇ ਉਹਨਾਂ ਦੇ ਵਿਚਾਰਾਂ ਦੇ, ਜੋ ਉਹਨਾਂ ਵਿਚਾਰ ਕੀਤੀ ਹੈ। ਭਗਤ ਮੁਖੈ ਤੇ ਬੋਲਦੇ, ਸੇ ਬਚਨ ਹੋਵੰਦੇ। ਭਗਤ ਮੁਖ ਤੋਂ ਗਿਆਨ ਦਿੰਦੇ ਨੇ, ਕਿਉਂਕਿ ਆਮ ਚਾਰ ਵੇਦਾਂ ਤੱਕ ਸੀਮਤ ਸੀ ਪਹਿਲਾਂ, ਲੇਕਿਨ ਜਿਹੜਾ ਗਿਆਨ ਵੇਦਾਂ ਵਿੱਚ ਨਹੀਂ ਲਿਖਿਆ ਜਾਂਦਾ, ਜੋ ਲਿਖਣ ਵਿੱਚ ਹੀ ਨਹੀਂ ਹੈ, ਜਿਹੜਾ ਗੁਰ ਦਾ ਗਿਆਨ, ਉਹ ਸਿਰਫ ਮੁੱਖੋਂ ਹੀ ਭਗਤ ਦਿੰਦੇ ਨੇ। ਉਹ ਵਚਨ ਪੂਰੇ ਹੁੰਦੇ ਨੇ ਜੇ ਅਸੀਂ ਉਹਨਾਂ 'ਤੇ ਵਿਸ਼ਵਾਸ ਕਰਦੇ ਹਾਂ, ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਨੇ। ਜਿਹਨੂੰ ਮਹਾਰਾਜ ਸੁਣਾਉਂਦੇ ਨੇ, ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋਵੰਦੇ। ਪ੍ਰਗਟ ਪਹਾੜੈ ਜਾਪਦੇ, ਸਭ ਲੋਕ ਸੁਣਦੇ। ਸਭ ਲੋਕ ਸੁਣਦੇ ਨੇ ਕਿਉਂਕਿ ਉਹਨਾਂ ਨੂੰ ਪ੍ਰਭੂ ਪ੍ਰਗਟ ਹੈ। ਉਸ ਨੂੰ ਜਾਪਦੇ ਨੇ, ਦੇਖਦੇ ਨੇ, ਉਹ ਬਚਨ ਦਿੰਦੇ ਨੇ, ਸਭ ਲੋਕ ਸੁਣਦੇ ਨੇ। ਜਿਹੜੇ ਸੁਣ ਕੇ ਮੰਨਦੇ ਨੇ, ਉਹ ਫਿਰ ਉਸ ਪ੍ਰਭੂ ਨੂੰ ਪਾਉਂਦੇ ਨੇ। ਸੁੱਖ ਨਾ ਪਾਇਨ ਮੁਕਤ ਨਰ, ਸੰਤ ਨਾਲ ਖਾਂਦੇ। ਜਿਹੜੇ ਫਿਰ ਐਸੇ ਸੰਤ ਜਿਹੜੇ ਇਹ ਬਚਨ ਕਰਦੇ ਨੇ, ਬੋਲਦੇ ਨੇ, ਮੁੱਖੋਂ ਗਿਆਨ ਦਿੰਦੇ ਨੇ, ਜੇ ਉਹਨਾਂ ਦੇ ਨਾਲ ਕੋਈ ਜੀਵ ਬੈਰ ਵਿਰੋਧ ਕਰਦਾ ਹੈ, ਉਹਨਾਂ ਨਾਲ ਖਹਿੰਦਾ ਹੈ, ਉਹ ਸੁੱਖ ਨਹੀਂ ਪਾ ਸਕਦਾ ਕਦੇ ਵੀ। ਉਸ ਨੂੰ ਮਹਾਰਾਜ ਕਹਿੰਦੇ ਨੇ ਮੁਗਧ ਨਰ ਹੈ, ਅਗਿਆਨੀ ਹੈ, ਕਿਉਂਕਿ ਜਿਹੜਾ ਬਚਨ ਲਿਖਣ ਦੇ ਵਿੱਚ ਨਹੀਂ ਹੈ, ਉਹ ਭਗਤ ਜਨ ਮੁਖ ਤੋਂ ਹੀ ਦਿੰਦੇ ਨੇ। ਉਹੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਉਹ ਲੋਚਨ ਉਹਨਾਂ ਗੁਣਾਂ ਨੂੰ। ਹੁਣ ਉਹ ਲੋਚਦੇ ਨੇ ਉਹਨਾਂ ਗੁਣਾਂ ਨੂੰ, ਕਿਉਂਕਿ ਅਸੀਂ ਵੀ ਐਸੇ ਬਚਨ ਕਰੀਏ, ਲੇਕਿਨ ਉਹ ਪ੍ਰਭੂ ਦੀ ਦਾਤ ਹੈ, ਉਹ ਜਿਸ ਨੂੰ ਭਾਵੇ ਦੇ ਸਕਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਉਹ ਅਹੰਕਾਰ ਸੜਨਦੇ। ਉਹ ਹੰਕਾਰ ਦੇ ਵਿੱਚ ਸੜਦੇ ਨੇ ਕਿ ਸਾਨੂੰ ਵੀ ਐਸੇ ਗੁਣ ਮਿਲ, ਪਰ ਹੈ ਹੰਕਾਰ ਹੀ ਨਫ਼ਰਤ ਕਰਦੇ ਨੇ, ਕਿਉਂਕਿ ਇਹਨੂੰ ਵੀ ਗੁਣ ਨਹੀਂ ਮਿਲ ਸਕਦੇ। ਗੁਣ ਮਿਲ ਸਕਦੇ ਨੇ ਜੇ ਅਸੀਂ ਗੁਰ ਦੀ ਸਿੱਖ ਲੈ ਕੇ ਵਿਸ਼ਵਾਸ ਕਰਕੇ ਚੱਲਾਂਗੇ, ਅੰਦਰੋਂ ਤਿਆਗਾਂਗੇ, ਮੋਹ ਮਾਇਆ ਤਿਆਗ ਦੇਵਾਂਗੇ, ਚੌ ਦੇ ਵਿੱਚ ਭਗਤੀ ਕਰਾਂਗੇ। ਅੰਦਰ ਚੌ ਹੋਵੇ, ਭੁੱਖ ਲੱਗੀ ਹੋਵੇ ਪ੍ਰਭੂ ਦੀ ਸਿਫਤ ਸਲਾਹ ਦੀ, ਫਿਰ ਅਸੀਂ ਭਗਤੀ ਕਰਦੇ ਹਾਂ। ਫਿਰ ਪ੍ਰਭੂ ਐਸੇ ਸਾਨੂੰ ਖਜ਼ਾਨਾ ਬਖਸ਼ਿਸ਼ ਕਰਦਾ, ਐਸੇ ਗੁਣ ਬਖਸ਼ਿਸ਼ ਕਰਦਾ ਹੈ। ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਕਹਿੰਦੇ ਉਹ ਵਿਚਾਰੇ ਕੀ ਕਰਨ? ਉਹ ਲੋਚਦੇ ਤਾਂ ਹੈਗੇ, ਪਰ ਉਹ ਕੀ ਕਰਨ? ਕਿਉਂਕਿ ਪ੍ਰਭੂ ਨੇ ਉਹਨਾਂ ਦੇ ਭਾਗ ਹੀ ਮੰਦੇ ਪਾਏ ਨੇ, ਉਹਨਾਂ ਦੀ ਕਿਰਤ ਹੀ ਨਿੰਦਾ ਪਾਈ ਹੈ। ਗੁਣਾਂ ਦਾ ਖਜ਼ਾਨਾ ਉਹਨਾਂ ਨੂੰ ਬਖਸ਼ਿਸ਼ ਹੀ ਕਿਹਨਾਂ ਦੀ ਹੋਈ ਹੈ? ਅਵਗੁਣਾਂ ਦੀ। ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ। ਜਿਹਨੂੰ ਪ੍ਰਭੂ ਆਪ ਹੀ ਮਾਰਦਾ ਹੈ, ਜਿਹਨੂੰ ਆਪ ਹੀ ਵਿਛੋੜਿਆ ਹੈ, ਆਪ ਹੀ ਮਿਲ ਨਹੀਂ ਦਿੰਦਾ, ਉਸ ਨੂੰ ਕੌਣ ਮਿਲਾ ਸਕਦਾ ਹੈ? ਉਸ ਨੂੰ ਕੌਣ ਸੁੱਖ ਦੇ ਸਕਦਾ ਹੈ? ਜਿਹਨੂੰ ਪ੍ਰਭੂ ਆਪ ਹੀ ਆਪਣੇ ਤੋਂ ਵਿਛੋੜਿਆ, ਉਸ ਦਾ ਕੋਈ ਮਿਲਾਪ ਨਹੀਂ ਕਰਵਾ ਸਕਦਾ। ਇਸ ਕਰਕੇ ਉਹਨਾਂ ਦਾ ਕੰਮ ਹੀ ਕੀ ਹੈ? ਸੰਤਾਂ ਦੇ ਵਿਰੁੱਧ ਕਰ ਚੱਲਣਾ। ਐਸੇ ਜੀਵ ਆਪ ਤਾਂ ਡੁੱਬਦੇ ਹੀ ਨੇ। ਇੱਥੇ ਤੱਕ ਸਤਿਗੁਰੂ ਸਮਝਾ ਗਏ ਨੇ ਕਿ ਆਪਣੇ ਪਰਿਵਾਰ ਨੂੰ ਵੀ ਡੋਬ ਦਿੰਦੇ ਨੇ, ਆਪਣੀਆਂ ਕੁੱਲਾਂ ਵੀ ਡੋਬ ਦਿੰਦੇ ਨੇ। ਮਹਾਰਾਜ ਸਮਝਾਉਂਦੇ ਨੇ, ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਬੈਰ ਕਰਨ। ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਪਰਿਵਾਰ ਸਿਓ ਸਗਲੇ ਕੁੱਲ ਡੁਬਨ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਦ ਕਰਨ। ਮੂੰਹ ਕਾਲੇ ਤਿੰਨਾ ਨਿੰਦਕਾਂ, ਨਰਕ ਘੋਰ ਪਵਨ। ਐਸੀ ਸਜ਼ਾ ਮਿਲਦੀ ਹੈ। ਆਪ ਵੀ ਡੁੱਬਦੇ, ਪਰਿਵਾਰ ਵੀ ਡੋਬ ਲੈਂਦੇ, ਕੁੱਲਾਂ ਡੋਬ ਦਿੰਦੇ ਨੇ, ਘੋਰ ਨਰਕ ਦੇ ਵਿੱਚ ਜਾਂਦੇ ਨੇ।
ਵੈਰ ਕਰ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਉਹ ਨਿਰਵੈਰ ਦੇ ਨਾਲ ਵੈਰ ਕਰਦੇ ਨੇ। ਜਿਹੜੇ ਸੰਤ ਸਾਧੂ ਜਨ ਹੁੰਦੇ ਨੇ ਉਹਨਾਂ ਦਾ ਕਿਸੇ ਨਾਲ ਵੈਰ ਨਹੀਂ, ਉਹ ਸਾਰਿਆਂ ਨੂੰ ਇੱਕੋ ਜਿਹਾ ਗਿਆਨ ਦਿੰਦੇ ਨੇ। ਉਹਨਾਂ ਦਾ ਕੋਈ ਵੈਰੀ ਦੁਸ਼ਮਣ ਨਹੀਂ ਹੁੰਦਾ, ਉਹਨਾਂ ਵਾਸਤੇ ਸਭ ਮਿੱਤਰ ਨੇ। ਕਿਉਂਕਿ ਜਿਹੜਾ ਮਨ ਹੈ, ਮਨ ਕਰਕੇ ਆਪਾਂ ਸਾਰੇ ਭਰਾ ਹੀ ਹਾਂ, ਕੋਈ ਦੂਜਾ ਨਹੀਂ ਹੈ। ਸਾਡਾ ਮਾਤਾ ਵੀ ਪਿਤਾ ਵੀ ਇੱਕ ਹੈ, ਘਰ ਵੀ ਸਾਡਾ ਇੱਕ ਹੈ। ਇਸ ਕਰਕੇ ਉਹਨਾਂ ਦੇ ਵਾਸਤੇ ਬੇਗਾਨਾ ਨਹੀਂ ਹੈ, ਨਾ ਕੋਈ ਵੈਰੀ ਨਾ ਹੀ ਬੇਗਾਨਾ। ਸਗਲ ਸੰਗ ਹਮਕੋ ਬਣ ਆਈ। ਇਸ ਕਰਕੇ ਉਹ ਜੀਵ ਜਿਹੜੇ ਨੇ ਉਹ ਫਿਰ ਕਿਸੇ ਦੇ ਨਾਲ ਵੈਰ ਨਹੀਂ ਕਰਦੇ। ਪਰ ਉਹਨਾਂ ਨਾਲ ਜਿਹੜੇ ਵੈਰ ਕਰਦੇ ਨੇ ਉਹਨਾਂ ਨੂੰ ਫਿਰ, ਕਿਉਂਕਿ ਧਰਮ ਦੇ ਵਿੱਚ ਧਰਮ ਰਾਜ ਉਹਨਾਂ ਨੂੰ ਸਜ਼ਾ ਦਿੰਦਾ ਹੈ। ਉਹ ਅਧਰਮੀ ਲੋਕ ਹੁੰਦੇ ਨੇ ਜਿਹੜੇ ਨਿਰਵੈਰ ਦੇ ਨਾਲ ਵੀ ਵੈਰ ਕਰਦੇ ਨੇ। ਪੇੜ ਮੜਾਹੂੰ ਕਟਿਆ ਤਿਸ ਢਾਲ ਸੁਕੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ। ਜੋ ਜੋ ਫਿਰ ਜੀਵ ਨੇ ਸੰਤਾਂ ਦਾ ਵੈਰ ਨਾਲ ਵੈਰ ਕਰਦੇ ਨੇ, ਪ੍ਰਭੂ ਨੂੰ ਨਹੀਂ ਪਾਉਂਦੇ। ਕਿਉਂਕਿ ਸੰਤਾਂ ਦੀ ਨਿੰਦਾ ਕਰਨੀ ਹੈ ਪ੍ਰਭੂ ਦੀ ਨਿੰਦਾ। ਸੰਤ ਤੇ ਰਾਮ ਦੇ ਵਿੱਚ ਕੋਈ ਬਹੁਤਾ ਭੇਦ ਨਹੀਂ ਹੈ। ਇਸ ਕਰਕੇ ਸੰਤ ਦੁਖੀ ਹੈ ਤੇ ਪ੍ਰਭੂ ਦੁਖੀ ਹੈ। ਹਾਲਾਂਕਿ ਸੰਤਾਂ ਨੂੰ ਨਿੰਦਾ ਦਾ ਕੋਈ ਦੁੱਖ ਨਹੀਂ ਹੁੰਦਾ, ਤੇ ਸੰਤ ਤਾਂ ਕਹਿੰਦੇ ਨੇ ਸਾਡੀ ਨਿੰਦਾ ਕਰੋ, ਸਾਡਾ ਨਿੰਦਕ ਸਾਡਾ ਮਿੱਤਰ ਹੈ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ, ਨਿੰਦੋ ਨਿੰਦੋ ਮੋਕੋ ਲੋਗੋ ਨਿੰਦੋ। ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ महतारी। निंदक निंदा करे सो हमरा मीत, निंदक माए हमारा चीत। क्योंकि निंदक ने डुबना है ते असी तर जाना है। इस करके निंदक साडे मन की माड़ी मोटी मैल जी होवे उसनू भी धो देंदा है। लेकिन प्रभु ऐसे जीवां नू सजा देंदा है। इस करके सतगुरु समझाउंदे ने कि फिर ऐसे जीवां नू जो जो संत सरापिया से फिरे पवंदे। पेड़ मडाहू कटिया तिस डाल सुकंदे। जिमें उन्हां दी हालत की हो जाती है, जिमें एक दरख्त नू एक टाणे नू दरख्त नालों कट दईए वो सुक जाता है, ऐदां ही उन्हां प्रभु तो विछड़े जीव ने वो सुक जाते ने। वो कदे हरे भरे नहीं हो सकते, उन्हां नू फिर सजा मिलती है। सो गुरु प्यारिओ, आ हुण आपां नाल अभ्यास करिए तां कि आपां उस प्रभु दे चरनां नाल जुड़िए, अपने जीवन नू सफल करिए। जो साडे जीवन दा मनोरथ है उस मनोरथ नू आपां पूरा करिए। पूरा किवें हुंदा है? त्याग के, ध्यान दे नाल। क्योंकि प्रभु जो है ध्यान दे विच है, नाम ध्यान दे विच है। असी पवित्र किवें होवांगे? हरि नू त्याग के। पवित्र होए से जना जिनी हर त्याया। हर त्याया पवित्र होए गुरमुख जिनी त्याया। पवित्र माता पिता कुटुंब साहित सो पवित्र संगत सब आईया। कह दे पवित्र सुन दे पवित्र, से पवित्र जिनी मन बसाया। कह नानक से पवित्र जिनी गुरमुख हर हर त्याया। जिन्हां ने गुर दा ज्ञान लैके मुक्ति हरि नू त्याया है वो पवित्र हो जाते ने। सो आओ आपां भी पवित्र होना है। किवें होना है? आपां सब तो पहला जो मन साडा है नेत्रां दे विच है, आपां दोनां नेत्रां नू उस प्रभु दे मन नू एकजोत होके इस प्रभु दे दर ते जाना जिथों सानू सवास दे के पल रहा। जिथे साडे नौ दर खत्म हो जाता, शरीर दृष्ट मन खत्म हो जाता है, अस्थूल खत्म हो जाता, उत्थों अस्थूल नू पालन वाला जड़ा सूखम है। जिथे सरगुण खत्म हो जाता उसनू पालनहार जो निर्गुण है उसका देश शुरू हो जाता है। वो साडा कर है। आप सानू
ਨਿਰਗੁਣ ਦੇ ਵਿੱਚੋਂ ਸਰਗੁਣ ਨੂੰ ਭਾਲਦਾ ਹੈ। ਇਸ ਕਰਕੇ ਨਾਮ ਨੂੰ ਪਾਉਣ ਵਾਸਤੇ ਇਹ 9 ਦਰਾਂ ਦਾ ਸਰੀਰ ਸਾਨੂੰ ਛੱਡਣਾ ਪੈਂਦਾ ਹੈ ਤੇ 10ਵੇਂ ਜਾਣਾ ਪੈਂਦਾ ਹੈ। ਨਾਮ ਰਤਨ ਤੋਂ ਪਾਈਏ ਜੋ ਪਹਿਲਾ ਤਜੈ ਸਰੀਰ। ਇਸ ਪੁਆਇੰਟ ਹੈ ਜਿੱਥੋਂ ਹਰੀ ਸਾਨੂੰ ਸਵਾਸ ਦਿੰਦਾ ਹੈ। ਇਸ ਪੁਆਇੰਟ ਤੇ ਆਪਾਂ ਮਨ ਨੂੰ ਲੈ ਕੇ ਆਉਣਾ। ਮਨ ਕੀ ਹੈ? ਧਿਆਨ, ਜੋ ਨੇਤਰਾਂ ਚੋਂ ਚੱਲਦਾ ਹੈ। ਇਸ ਪੁਆਇੰਟ ਤੇ ਆਪਾਂ ਲੈ ਕੇ ਆਉਣਾ ਹੈ ਤੇ ਇੱਥੇ ਆ ਕੇ ਆਪਾਂ ਆਪਣੇ ਆਪ ਨੂੰ ਪਰਖਣਾ ਹੈ ਕਿ ਅਸੀਂ ਕਿਸ ਅਵਸਥਾ ਦੇ ਵਿੱਚ ਹੈ, ਸਾਡਾ ਮਨ ਕਿਹੜੀ ਅਵਸਥਾ ਦੇ ਵਿੱਚ ਹੈ। ਸਾਡਾ ਮਨ ਇੱਕ ਦ੍ਰਿਸ਼ਟ ਹੈ ਜਾਂ ਮਨ ਤਮੋਗੁਣੀ ਹੈ, ਤਮੋਗੁਣ ਵਾਲੇ ਪਾਸੇ ਹੈ, ਸਤੋਗੁਣ ਤੇ ਹੈ ਜਾਂ ਰਜੋਗੁਣ ਤੇ ਹੈ। ਇਹ ਆਪਣੇ ਆਪ ਨੂੰ ਪਰਖਣਾ ਹੁੰਦਾ ਹੈ। ਕਿਵੇਂ ਪਰਖਿਆ ਜਾਂਦਾ ਹੈ? ਜਦੋਂ ਆਪਾਂ ਦੋਨਾਂ ਨੇਤਰਾਂ ਨੂੰ, ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਫੋਕਸ ਕਰਕੇ ਦੇਖਦੇ ਹਾਂ ਤੇ ਜੇਕਰ ਸਾਨੂੰ ਆਪਣਾ ਨੱਕ ਨਹੀਂ ਦਿਸਦਾ ਫਿਰ ਅਸੀਂ ਇੱਕ ਦ੍ਰਿਸ਼ਟ ਹਾਂ। ਜੇ ਨੱਕ ਸਾਨੂੰ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਦਿਸਦਾ ਹੈ ਫਿਰ ਆਪਾਂ ਸੰਤ ਜਨ ਹਾਂ। ਜੇ ਸਾਰਾ ਮੁੱਖ ਉਜਲ ਹੋ ਜਾਂਦਾ ਹੈ ਤੇ ਅਵਸਥਾ ਹੋ ਜਾਂਦੀ ਹੈ ਸਾਧੂ ਜਨਾਂ ਦੀ, ਭਗਤਾਂ ਦੀ। ਜੇਕਰ ਨੱਕ ਦਿਸਦਾ ਹੈ ਫਿਰ ਅਸੀਂ ਦੋ ਦ੍ਰਿਸ਼ਟ ਹਾਂ। ਫਿਰ ਦੋ ਦ੍ਰਿਸ਼ਟ ਦੇ ਵਿੱਚ ਫਿਰ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਕਿਸ ਪਾਸਿਓਂ ਦਿਸਦਾ ਹੈ। ਜੇ ਸੱਜੇ ਪਾਸੇ ਦਿਸਦਾ ਹੈ ਤਮੋਗੁਣੀ ਹਾਂ, ਖੱਬੇ ਦਿਸਦਾ ਹੈ ਰਜੋਗੁਣੀ ਹਾਂ, ਜੇ ਦਵੱਲੇ ਤੋਂ ਦਿਸਦਾ ਹੈ ਸਤੋਗੁਣੀ ਹਾਂ। ਇਹਨਾਂ ਆਪਣੇ ਆਪ ਨੂੰ ਪਰਖਣਾ ਹੈ। ਜੇ ਮੁੱਖ ਉਜਲ ਹੈ ਤਾਂ ਅਸੀਂ ਭਗਤ ਹਾਂ। ਤੇ ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ। ਇੱਥੋਂ ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕਦੇ। ਫਿਰ ਜਦੋਂ ਕਵਾਂਗਾ ਸਾਹਮਣੇ ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗਾ ਨੱਕ ਤੇ ਸਮ ਕਰੋ ਫਿਰ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਜੇਕਰ ਕਿਸੇ ਜੀਵ ਨੂੰ ਪਹਿਲਾਂ ਨੱਕ ਦਿਸਦਾ ਹੈ ਚਾਹੇ ਸੱਜੇ ਖੱਬੇ ਜਾਂ ਵਿਚਾਲੇ, ਫਿਰ ਵਾਪਸ ਆ ਕੇ ਇਹ ਦੇਖਣਾ ਹੈ ਕਿ ਦਿਸ ਨੂੰ ਹਟ ਗਿਆ। ਜਿਨ੍ਹਾਂ ਵਿਸ਼ਵਾਸ ਦੇ ਨਾਲ ਇਸ ਅਭਿਆਸ ਨੂੰ ਕੀਤਾ ਪਹਿਲੀ ਵਾਰ 'ਚ ਇੱਕ ਦ੍ਰਿਸ਼ਟ ਹੋ ਜਾਂਦੇ ਨੇ ਤੇ ਉਹਨਾਂ ਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਪਰ ਜਿਨ੍ਹਾਂ ਸੁਣ ਕੇ ਮੰਨ ਕੇ ਚੱਲੇ, ਸੁਣਿਆ ਮੰਨਿਆ ਮਨ ਕੀਤਾ ਪਾਓ, ਉਹ ਫਿਰ ਇੱਕ ਦ੍ਰਿਸ਼ਟ ਹੋ ਜਾਂਦੇ ਨੇ। ਫਿਰ ਉਹ ਅੰਤਰਗਤ ਮਨ ਦਾ ਇਸ਼ਨਾਨ ਕਰਦੇ ਨੇ। ਸੋ ਆਓ ਨੇਤਰ ਸਮ ਕਰੀਏ। ਪਹਿਲਾਂ ਆਪਣੇ ਆਪ ਨੂੰ ਦੇਖੀਏ, ਪਰਖੀਏ। आओ ध्यान सामने लेके आइए। सामने देखो। मस्तक दे सामने लै जाओ, पलकां उत्ते चुक दो।
फिर सामने लेके आइए वापस। फिर नक ते सम करके देखिए, दृष्टि फोकस करके अपने आप नूं देखो। अपने रूप नूं देखिए, प्रकाश नूं। जे कोई नवां जीव, जे किसी नूं अपना नक पहला दिसदा सी, उसने देखना कि हुण दिसणों हट गया। क्योंकि सब तो पहला आपां एक दृष्टि होना है, ना नक। नीचे लै जो ध्यान। बिल्कुल रिलैक्स देखना है। जो भी थले विषया है, जिथे आप बैठे, चद्दर है, जो भी है, फर्श है, उस तो थोड़ा ऊपर रिलैक्स होकर देखना है। इत्थे सानू प्रकाश अनुभव होना शुरू होएगा। जिवें सरोवर दे विच जल दीयां लहरां ने, इदां इत्थे प्रकाश दी हलचल अनुभव होएगी।
और सम करके देखिए फिर अपने आप ਨੂੰ नेत्र सम करके अपने आप ਨੂੰ देखिए। फिर नीचे लाए जो ध्यान, और सामने लेके आइए ध्यान। मस्तक दे सामने लाए जो पलका उत्ते चुक दो।
ਫਿਰ ਸਾਹਮਣੇ ਲੈ ਕੇ ਆਓ ਧਿਆਨ। नीचे ले जो ध्यान। सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਬਾਰ-ਬਾਰ ਮਨ ਨੂੰ ਨਿਭਾਉਣਾ ਹੈ। ਇਸ ਦਰ ਤੇ ਜਾਣਾ ਹੈ, ਅੰਤਰਗਤ ਜਾਣਾ ਹੈ। ਤੇ ਇਸ ਦੇ ਨਾਲ ਕੀ ਹੋਏਗਾ ਕਿ ਸਾਡਾ ਮੁਖ ਪ੍ਰਕਾਸ਼ ਹੋਣਾ ਸ਼ੁਰੂ ਹੋਏਗਾ, ਉਜਲ ਹੋਣਾ ਸ਼ੁਰੂ ਹੋਏਗਾ, ਮਨ ਨਿਰਮਲ ਹੋਏਗਾ ਤੇ ਸਾਰੇ ਪਾਸੇ ਸਾਨੂੰ ਪਰਮੇਸ਼ਰ ਦੇ ਦਰਸ਼ਨ ਹੋਣਗੇ, ਨਾਮ ਦੇ ਦਰਸ਼ਨ ਹੋਣਗੇ ਤੇ ਧਿਆ ਕੇ ਮਨ ਨਾਮ ਦੇ ਵਿੱਚ ਸਮਾ ਜਾਏਗਾ, ਇੱਕ ਰੂਪ ਹੋ ਜਾਏਗਾ ਤੇ ਸਾਡਾ ਅਸੀਂ ਜੀਵਨ ਮੁਕਤ ਹੋ ਜਾਵਾਂਗੇ, ਸਾਡਾ ਜੀਵਨ ਸਫਲ ਹੋ ਜਾਏਗਾ। ਸੋ ਗੁਰਮੁਖ ਪਿਆਰਿਓ, ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।